ਪ੍ਰੇਜ਼ ਦਾ ਲਾਰਡ ਹਾਲੇਲੂਇਆ। ਪ੍ਰਭੂ ਦੇ ਸਾਮਰਥੀ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਸਭ ਸੁਣਨ ਵਾਲਿਆਂ ਲਈ ਥੈਂਕ ਯੂ ਕਰਦੀ ਹਾਂ। ਖੁਦਾਵੰਦ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਣ। ਜੋ ਖੁਦਾ ਦੇ ਵਚਨ ਦੇ ਉੱਤੇ ਚਿੱਤ ਲਾਉਂਦੇ ਆ, ਉਹ ਪਰਮੇਸ਼ਵਰ ਦੀਆਂ ਗੱਲਾਂ ਤੇ ਚਿੱਤ ਲਾਉਂਦੇ ਆ। ਹਾਲੇਲੂਇਆ। ਸੋ ਸਾਡੇ ਲਈ ਸੁਰੱਖਿਆ ਦਾ ਸਥਾਨ ਕਿੱਥੇ ਆ? ਪਰਮੇਸ਼ਵਰ ਦੇ ਵਚਨ ਦੇ ਵਿੱਚ। ਅਸੀਂ ਕਦੋਂ ਸੁਰੱਖਿਅਤ ਆ? ਜਦੋਂ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਚਿੱਤ ਲਾਉਂਦੇ ਆ। ਹਾਲੇਲੂਇਆ। ਸੋ ਉਸ ਦਾ ਅਨੁਗ੍ਰਹਿ ਸਾਡੇ ਜੀਵਨ ਦੇ ਵਿੱਚ ਕਦੋਂ ਹੁੰਦਾ? ਜਦੋਂ ਅਸੀਂ ਉਹਦੇ ਵਚਨ ਤੇ ਚਿੱਤ ਲਾਉਂਦੇ ਆ। ਸੋ ਸਾਰੀਆਂ ਗੱਲਾਂ ਮਿਲ ਕੇ ਭਲਾਈ ਨੂੰ ਉਤਪੰਨ ਕਰਦੀਆਂ ਆ ਜਦੋਂ ਅਸੀਂ ਉਹਦੇ ਵਚਨ ਤੇ ਚਿੱਤ ਲਾਉਂਦੇ ਆ। ਸੋ ਮਸਟ ਇੰਪੋਰਟੈਂਟ ਆ ਸਾਡੇ ਜੀਵਨ ਦੇ ਵਿੱਚ ਉਹਦੇ ਵਚਨ ਦਾ ਹੋਣਾ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹਾ ਨੇ ਕਿਹਾ, ਮੈਂ ਆਪਣੇ ਨਾਮ ਨੂੰ ਸਭ ਤੋਂ ਉੱਤਮ ਦਰਜਾ, ਆਪਣੇ ਨਾਮ ਤੋਂ ਵੱਧ ਕੇ ਪਵਿੱਤਰ ਕਲਾਮ ਨੂੰ ਦੇ ਦਿੱਤਾ। ਹਾਲੇਲੂਇਆ। ਸੋ ਉਹਦਾ ਨਾਮ ਜਿਹੜਾ ਸਭ ਨਾਮਾਂ ਤੋਂ ਆਲਾ ਹੈ, ਉਸ ਤੋਂ ਵੀ ਉੱਚਾ ਦਰਜਾ ਉਸਨੇ ਆਪਣੇ ਪਾਕ ਕਲਾਮ ਨੂੰ ਦਿੱਤਾ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਉਹਦੇ ਕਲਾਮ ਦੇ ਉੱਤੇ ਚਿੱਤ ਲਾਈਏ ਔਰ ਉਹਦੇ ਕਲਾਮ ਦੇ ਵਿੱਚ ਦੀ ਹੋ ਕੇ ਚੱਲੀਏ, ਤਾਂ ਜੋ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਸਿੰਘਾਸਣ ਦੇ ਥੱਲੇ ਬੈਠ ਸਕੀਏ ਔਰ ਉਹਦੀ ਪੰਖਾਂ ਦੀ ਆੜ ਥੱਲੇ ਬੈਠ ਸਕੀਏ ਔਰ ਉਹਦੇ ਕੀਤੇ ਜੋ ਵਾਅਦੇ ਆ ਸਾਡੇ ਨਾਲ ਉਸਨੇ, ਉਹਨੂੰ ਆਪਣੇ ਜੀਵਨ 'ਚ ਪੂਰਾ ਹੁੰਦਾ ਦੇਖ ਸਕੀਏ। ਹਾਲੇਲੂਇਆ। ਸੋ ਕਿੰਨੇ ਜਣੇ ਚਾਹੁੰਦੇ ਆ ਕਿ ਖੁਦਾਵੰਦ ਉਹਨਾਂ ਨੂੰ ਨਜ਼ਾਤ ਦੇਵੇ। ਸਾਰੇ ਚਾਹੁੰਦੇ ਆ। ਸੋ ਅਗਰ ਤੁਸੀਂ ਚਾਹੁੰਦੇ ਆ ਕਿ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਨਜ਼ਾਤ ਦੇਣ, ਸੋ ਤੁਸੀਂ ਉਹਦੇ ਵਚਨ ਦੇ ਵਿੱਚ ਆ ਜਾਓ। ਹਾਲੇਲੂਇਆ। ਕਿਉਂਕਿ ਉਹ ਅਤੀ ਪਿਆਰ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਉਹਦੇ ਵਚਨ ਦੀ ਆਗਿਆਕਾਰੀ ਵਿੱਚ ਚੱਲਦੇ ਆ। ਹਾਲੇਲੂਇਆ। ਸੋ ਤੁਸੀਂ ਦੇਖਣਾ ਕਿ ਤੁਸੀਂ ਪਰਮੇਸ਼ਵਰ ਦੀ ਵਚਨ ਦੀ ਆਗਿਆਕਾਰੀ ਵਿੱਚ ਚੱਲਦੇ ਹੋ। ਜਿਸ ਤਰ੍ਹਾਂ ਜਗਤ ਦੇ ਵਿੱਚ ਸੰਵਿਧਾਨ ਲਾਗੂ ਹੁੰਦੇ ਆ, ਗੌਰਮੈਂਟ ਸੰਵਿਧਾਨ ਲਾਗੂ ਕਰਦੀ ਆ, ਫਿਰ ਜਦੋਂ ਜਿਹੜੇ ਉਹਦੀ ਪਾਲਣਾ ਕਰਦੇ ਆ ਤੇ ਉਹ ਗੌਰਮੈਂਟ ਦੀ ਸੁਰੱਖਿਆ ਦੇ ਵਿੱਚ ਆ ਜਾਂਦੇ ਆ, ਉਹਨਾਂ ਤੇ ਕੋਈ ਵੀ ਧਾਰਾ ਨਹੀਂ ਹੁੰਦੀ। ਫਿਰ ਇਸੇ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਸੰਵਿਧਾਨ ਜੋ ਵਚਨ ਦਾ ਹੈ, ਇਸ ਨੂੰ ਆਪਣੇ ਜੀਵਨ 'ਚ ਲਾਗੂ ਕਰਾਂਗੇ ਤੇ ਅਸੀਂ ਕੀ ਹੋਵਾਂਗੇ? ਫਿਰ ਪਰਮੇਸ਼ਵਰ ਦੇ ਹੱਥ ਵਿੱਚ ਸੁਰੱਖਿਅਤ ਹੋ ਜਾਵਾਂਗੇ। ਕਿੰਨੇ ਜਣੇ ਚਾਹੁੰਦੇ ਆ ਸੁਰੱਖਿਅਤ ਹੋਣਾ? ਸੁਰੱਖਿਅਤ ਹੋਣਾ ਸਾਰੇ ਚਾਹੁੰਦੇ ਆ, ਪਰ ਇਸ ਨੂੰ ਚੁੱਕ ਕੇ ਪੜ੍ਹਨਾ ਜਾਂ ਇਸ 'ਤੇ ਮਨਨ ਕਰਨਾ ਉਹਨਾਂ ਨੂੰ ਹਾਰਡ ਲੱਗਦਾ ਕਿ ਬਹੁਤ ਵੱਡਾ ਕੰਮ ਆ। ਅੱਛਾ, ਬਾਈਬਲ ਪੜ੍ਹਨੀ ਅੱਜ, ਉਹ ਅਜੇ ਪ੍ਰੇਅਰ ਵੀ ਕਰਨੀ ਆ। ਸੋ ਹਾਰਡ ਲੱਗਦਾ ਆ। ਕੀ ਤੁਸੀਂ ਇੱਦਾਂ ਕਰਕੇ ਪਰਮੇਸ਼ਵਰ ਦੇ ਸੁਰੱਖਿਆ ਦੇ ਵਿੱਚ ਆ ਸਕਦੇ ਆ? ਨਹੀਂ। ਅਗਰ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਗੌਰਮੈਂਟ ਦੇ ਦਿੱਤੇ ਸੰਵਿਧਾਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ ਤੇ ਤੁਸੀਂ ਗੌਰਮੈਂਟ ਦੇ ਸੰਵਿਧਾਨ ਦਾ ਪਾਲਣ ਨਹੀਂ ਕਰਦੇ ਤੇ ਤੁਹਾਡੇ ਤੇ ਧਾਰਾਵਾਂ ਲੱਗਦੀਆਂ, ਫਿਰ ਕਿਉਂਕਿ ਤੁਸੀਂ ਅਣਗਹਿਲੀਆਂ ਕਰਦੇ ਆ। ਸੋ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਉਸ ਸੰਵਿਧਾਨ ਨੂੰ ਜੋ ਖੁਦਾਵੰਦ ਨੇ ਸਾਨੂੰ ਦਿੱਤਾ ਕਿ ਇਹਦੇ ਵਿੱਚ ਰਹੋਗੇ ਤੇ ਤੁਹਾਡੇ ਤੇ ਆਪ ਬੀਤੀਆਂ ਨਹੀਂ ਆਉਣਗੀਆਂ, ਦੁੱਖ ਨਹੀਂ ਆਉਣਗੇ, ਮੁਸੀਬਤਾਂ ਨਹੀਂ ਆਉਣਗੀਆਂ, ਘਟੀਆਂ ਨਹੀਂ ਹੋਣਗੀਆਂ, ਕਮੀਆਂ ਨਹੀਂ ਆਉਣਗੀਆਂ। ਸੋ ਅਗਰ ਨਹੀਂ ਹੋਵੋਗੇ ਤੇ ਖੁਦਾ ਆਪਣੇ ਵਚਨ ਤੋਂ ਬਾਹਰ ਹੋ ਕੇ ਕਦੇ ਵੀ ਕੰਮ ਨਹੀਂ ਕਰਦਾ। ਹਾਲੇਲੂਇਆ। ਕੱਲ ਦੀ ਪ੍ਰੀਚ ਵਿੱਚ ਵੀ ਮੈਂ ਦੱਸਿਆ ਸੀ, ਕਿਉਂਕਿ ਉਹਦਾ ਵਚਨ ਹੀ ਛੁਟਕਾਰਾ ਹੈ। ਉਸਨੇ ਆਪਣੇ ਨਾਮ ਤੋਂ ਉੱਚਾ ਦਰਜਾ ਇਸ ਪਾਕ ਕਲਾਮ ਨੂੰ ਦਿੱਤਾ ਤੇ ਮਤਲਬ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹਦੇ ਵਿੱਚ ਰਹਿਣਾ ਕਿੰਨਾ ਜ਼ਰੂਰੀ ਹੈ। ਹਾਲੇਲੂਇਆ। ਜਿਸ ਤਰ੍ਹਾਂ ਤੁਹਾਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਪਰਮੇਸ਼ਰ ਦੇ ਵਚਨ ਦੀ, ਸੋ ਜਦੋਂ ਤੁਸੀਂ ਉਸ ਸੁਰੱਖਿਆ ਦੇ ਵਿੱਚ ਰਹਿੰਦੇ ਹੋ ਤੇ ਤੁਹਾਡੇ ਤੇ ਸ਼ੈਤਾਨ ਦਾ ਕੋਈ ਅਟੈਕ ਨਹੀਂ ਹੁੰਦਾ। ਜਦੋਂ ਤੁਸੀਂ ਉਸ ਬਾੜੇ ਚੋਂ ਬਾਹਰ ਨਿਕਲਦੇ ਹੋ ਤੇ ਸ਼ੈਤਾਨ ਦਾ ਅਟੈਕ ਤੁਹਾਡੇ ਜੀਵਨ 'ਚ ਹੁੰਦਾ ਹੈ। ਤੋ ਇਸ ਸੰਵਿਧਾਨ ਨੂੰ ਜੋ ਖੁਦਾਵੰਦ ਦੇ ਵਚਨ ਦਾ ਹੈ, ਇਹਨੂੰ ਆਪਣੇ ਜੀਵਨ 'ਚ ਲਾਗੂ ਕਰੋ। ਲਾਗੂ ਕਿੱਦਾਂ ਕਰਨਾ ਹੈ? ਇਹਨੂੰ ਪੜ੍ਹੋ, ਇਹਦੇ ਤੇ ਚਿੱਤ ਲਾਓ ਕਿ ਖੁਦਾਵੰਦ ਸਾਨੂੰ ਕਿੱਦਾਂ ਦਾ ਜੀਵਨ ਸਾਡੇ 'ਚੋਂ ਦੇਖਣਾ ਚਾਹੁੰਦਾ। ਧਰਮੀ ਜੀਵਨ ਅਸੀਂ ਜਦੋਂ ਬਿਤਾਉਂਦੇ ਹਾਂ ਤੇ ਅਸੀਂ ਫਿਰ ਪਰਮੇਸ਼ਵਰ ਦੇ ਵਾੜੇ ਦੇ ਵਿੱਚ ਰਹਿੰਦੇ ਹਾਂ। ਹਾਲੇਲੂਇਆ। ਸੋ ਧਰਮ ਦੇ ਕੰਮਾਂ ਦੇ ਉੱਤੇ ਚਿੱਤ ਲਾਓ, ਨਿਆਂ ਦੇ ਕੰਮਾਂ ਦੇ ਉੱਤੇ ਚਿੱਤ ਲਾਓ ਔਰ ਪਰਮੇਸ਼ਵਰ ਦੇ ਸੁਭਾਅ ਵਰਗਾ ਸੁਭਾਅ ਆਪਣੇ ਜੀਵਨ ਦੇ ਵਿੱਚ ਲੈ ਲਓ, ਤਾਂ ਜੋ ਤੁਸੀਂ ਇਸ ਸੰਵਿਧਾਨ ਦੇ ਵਿੱਚ ਰਹਿ ਕੇ ਖੁਦਾ ਦੀ ਉਸ ਹਰ ਪਾਲਣਾ ਦਾ ਆਗਿਆ ਕਰ ਸਕੋ ਔਰ ਸੁੱਖ ਦੇ ਵਰੇ ਫਿਰ ਤੁਹਾਡੇ ਤੇ ਆਉਣਗੇ। ਹਾਲੇਲੂਇਆ। ਕਿਉਂਕਿ ਸੁੱਖ ਦੇ ਵਰੇ ਅਸੀਂ ਸਾਰੇ ਹੀ ਦੇਖਣਾ ਚਾਹੁੰਦੇ, ਪਰ ਇਹ ਹਾਰਡ ਵਰਕ ਤੁਹਾਨੂੰ ਲੱਗਦਾ ਜਿਹੜਾ ਹਾਰਡ ਨਹੀਂ ਹੈਗਾ, ਕਿਉਂਕਿ ਖੁਦਾ ਨੇ ਕਲਵਰੀ ਕਰੂਸ ਦੇ ਉੱਤੇ ਆਪਣੀ ਜਾਨ ਨੂੰ ਨਿਸ਼ਾਵਰ ਕਰਕੇ ਸਾਡੇ ਲਈ ਸਭ ਕੁਝ ਈਜ਼ੀ ਕਰ ਦਿੱਤਾ। ਲੇਕਿਨ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਬਾਈਬਲ ਪੜ੍ਹਨਾ ਔਰ ਪ੍ਰਾਰਥਨਾ ਦੇ ਵਿੱਚ 2 ਘੰਟੇ ਬਹਿਣਾ, 1 ਘੰਟਾ ਬਹਿਣਾ ਮੁਸੀਬਤ ਲੱਗ ਰਿਹਾ ਹੈ ਕਿ ਕਿੱਦਾਂ ਪ੍ਰੇਅਰ ਕਰੀਏ। ਜਿਹੜੇ ਨਹੀਂ ਕਰਦੇ ਉਹਨਾਂ ਦੇ ਲਈ, ਜਿਹੜੇ ਕਰਦੇ ਆ ਉਹਨਾਂ ਦਾ ਰੂਟੀਨ ਬਣ ਚੁੱਕਾ ਆ ਕਿ ਖੁਦਾ ਦੀ ਹਜ਼ੂਰੀ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ। ਉਹਨਾਂ ਨੂੰ ਪਤਾ ਕਿ ਇਹਦੇ ਵਿੱਚ ਹੀ ਸੁਰੱਖਿਅਤ ਆ। ਸਮਝਦਾਰ ਬੰਦਾ
ਸਮਝਦਾਰ ਇਨਸਾਨ, ਬੁੱਧੀਮਾਨ ਇਨਸਾਨ ਜੋ ਸੰਵਿਧਾਨ ਦੀ ਪਾਲਣਾ ਕਰਦਾ ਹੈ। ਜਿਸ ਤਰ੍ਹਾਂ ਵੀ ਤੁਸੀਂ ਨਿੱਜੀ ਜ਼ਿੰਦਗੀ ਵਿੱਚ ਦੇਖੋ ਕਿ ਤੁਸੀਂ ਹੈਲਮਟ ਲਏ ਤੋਂ ਬਿਨਾਂ ਡਰਾਈਵ ਨਹੀਂ ਕਰ ਸਕਦੇ ਬਾਈਕ ਦੇ ਉੱਤੇ, ਗੌਰਮੈਂਟ ਕਹਿੰਦੀ ਆ। ਪਰ ਜਿਹੜੇ ਅਣਗਹਿਲੀ ਕਰਦੇ, ਮੂਰਖ ਆ, ਉਹ ਕਰਦੇ ਆ। ਫਿਰ ਕੀ ਕਰਦੇ ਆ? ਫਿਰ ਜਦੋਂ ਉਹ ਤੋੜਦੇ ਇਹਨਾਂ ਚੀਜ਼ਾਂ ਨੂੰ, ਨਿਯਮਾਂ ਨੂੰ, ਤੇ ਮੁਸੀਬਤ ਉਹਨਾਂ ਤੇ ਆ ਪੈਂਦੀ, ਐਕਸੀਡੈਂਟ ਹੁੰਦੇ ਆ, ਸਿਰ ਫਟਦੇ ਆ। ਤੇ ਅਗਰ ਤੁਸੀਂ ਉਹਨਾਂ ਦੇ ਕਹਿਣੇ 'ਚ ਰਹੋ ਤੇ ਤੁਸੀਂ ਡਿੱਗੋਗੇ ਤੇ ਤੁਹਾਡਾ ਸਿਰ ਨਹੀਂ ਫਟੇਗਾ। ਇਸੇ ਤਰ੍ਹਾਂ ਸਾਡੇ ਤੇ ਸ਼ੈਤਾਨ ਕਦੋਂ ਅਟੈਕ ਕਰਦਾ ਹੈ? ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੀ ਅਣਗਹਿਲੀ ਕਰਦੇ, ਅਣਆਗਿਆਕਾਰੀ ਕਰਦੇ, ਫਿਰ ਸ਼ੈਤਾਨ ਵੀ ਸਾਡੇ ਸਿਰਾਂ ਨੂੰ ਫੋੜਦਾ ਹੈ, ਮੁਸੀਬਤ ਦੇ ਗੱਡੇ ਸਾਡੇ ਤੇ ਲਿਆਉਂਦਾ, ਸਾਨੂੰ ਨਿਕਲਣ ਦਾ ਰਾਸਤਾ ਨਹੀਂ ਮਿਲਦਾ। ਨਿਕਲਣਾ ਇਹਦੇ ਵਿੱਚ ਦੀ ਹੈ। ਸੋ ਇਸ ਨੂੰ ਚੱਕ ਲਓ, ਪੜ੍ਹ ਲਓ ਤੇ ਦੇਖੋ ਫਿਰ ਯਹੋਵਾ ਕਿੰਨਾ ਭਲਾ ਹੈ। ਹਾਲੇਲੂਇਆ। ਸੋ ਪਰਮੇਸ਼ਵਰ ਦੇ ਦਾਸ ਤੇ ਦਾਸੀਆਂ ਬਹੁਤ ਪ੍ਰੀਚ ਕਰ ਰਹੇ ਆ। ਸਮ ਟਾਈਮ ਮੈਂ ਜਦੋਂ ਇਹ ਚੀਜ਼ਾਂ ਸੋਚਦੀ ਹਾਂ ਤੇ ਮੈਨੂੰ ਇਹ ਵੀ ਆਉਂਦਾ ਕਿ ਇੰਨਾ ਪ੍ਰੀਚ ਹੋ ਰਿਹਾ, ਇੰਨਾ ਸਭ ਕੁਝ ਦੱਸਿਆ ਜਾ ਰਿਹਾ, ਤੇ ਇਨਸਾਨ ਫਿਰ ਵੀ ਮੂਰਖ ਬਣਿਆ ਹੋਇਆ। ਕਿਉਂ ਇਹਦੇ ਵਿੱਚ ਚੱਲ ਕੇ ਸੁਰੱਖਿਆ 'ਚ ਨਹੀਂ ਆਉਣਾ ਚਾਹੁੰਦਾ? ਈਜ਼ੀ ਕੀਤਾ ਪਰਮੇਸ਼ਵਰ ਨੇ ਸਾਰਾ ਕੁਝ, ਕਿੰਨਾ ਈਜ਼ੀ ਕਰਤਾ ਤੁਹਾਡੇ ਲਈ। ਕਹਿੰਦਾ ਮੈਂ ਸਭ ਕੁਝ ਪੂਰਾ ਕਰਤਾ, ਤੁਸੀਂ ਕੁਝ ਨਹੀਂ ਕਰਨਾ, ਤੁਹਾਨੂੰ ਪੁੱਠੇ ਨਹੀਂ ਲਟਕਣਾ ਪੈਣਾ, ਤੁਹਾਨੂੰ ਤਪੱਸਿਆ ਨਹੀਂ ਕਰਨੀ ਪੈਣੀ। ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਬਣੇ ਰਹੋ ਔਰ ਖੁਦਾ ਦੇ ਹੁਕਮਾਂ ਦੇ ਉੱਤੇ ਚੱਲਦੇ ਰਹੋ ਤੇ ਖੁਦਾ ਦੇ ਬੜੇ ਫਜ਼ਲ ਨੂੰ ਆਪਣੇ ਜੀਵਨ 'ਚ ਦੇਖੋਗੇ। ਇੰਨਾ ਪ੍ਰੀਚ ਹੋ ਰਿਹਾ, ਪ੍ਰੀਚ ਸੁਣ ਕੇ ਵੀ ਅਸੀਂ ਉਹਦੇ ਤੇ ਮਨਨ ਨਹੀਂ ਕਰਦੇ, ਆਲਸੀ ਪੁਣੇ ਦੇ ਵਿੱਚ ਆ। ਸੋ ਆਲਸ ਕੀ ਕਰਦੀ ਹੈ? ਸਾਡੀ ਜ਼ਿੰਦਗੀ ਨੂੰ ਖਰਾਬ ਕਰਦੀ ਹੈ। ਬਹੁਤਾ ਸੌਣਾ ਸਾਡੀ ਜ਼ਿੰਦਗੀ ਨੂੰ ਖਰਾਬ ਕਰਦਾ, ਕਿਉਂਕਿ ਸੁਲੇਮਾਨ ਨੇ ਇਸ ਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਮਨੁੱਖ नींद से प्रीत ना रखे नहीं तो दरिद्र हो जाएगा, आंखें खोल तब तू रोटी से तृप्त होगा। ਜਿਹੜਾ ਨੀਂਦ ਨੂੰ ਜ਼ਿਆਦਾ ਪਿਆਰ ਕਰਦਾ ਉਹ ਦਰਿਦਰ ਆ। 11-12 ਵਜੇ ਤੱਕ ਉੱਠਣਾ ਨਹੀਂ। ਕਦੋਂ ਬਾਈਬਲ ਪੜ੍ਹੋਗੇ ਫਿਰ? ਕਿਉਂਕਿ ਟਾਈਮ ਨਿਕਲ ਗਿਆ। ਕਿਉਂਕਿ ਜਦੋਂ ਤੁਸੀਂ ਉੱਠਣਾ ਫਿਰ ਤੁਸੀਂ ਖਾਣਾ ਪੀਣਾ, ਟਾਈਮ ਸ਼ਾਰਟ, ਈਵਨਿੰਗ ਹੋ ਜਾਣੀ। ਜਦ ਤੱਕ ਦਰਿਦਰਪੁਣਾ ਤੁਸੀਂ ਆਪਣੇ 'ਚ ਪਾਇਆ, ਜ਼ਿਆਦਾ ਟਾਈਮ ਤੱਕ ਸੌਣਾ ਔਰ ਖੁਦਾ ਦੇ ਵਚਨ ਨੂੰ ਨਾ ਪੜ੍ਹਨਾ, ਖੁਦਾ ਦੀ ਪ੍ਰੈਜ਼ੈਂਸ ਦੇ ਵਿੱਚ ਨਾ ਜਾਣਾ। ਹਾਲੇਲੂਇਆ। ਸੋ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਜਾਣਾ ਹੀ ਸਾਡੇ ਲਈ ਭਲਾ ਤੇ ਚੰਗਾ ਹੈ। ਤੇ ਸੰਵਿਧਾਨ ਫਿਰ ਖੁਦਾ ਦਾ ਜੋ ਸਾਡੇ ਜੀਵਨ ਦੇ ਵਿੱਚ ਇਸ ਵਚਨ ਦਾ, ਉਹ ਫਿਰ ਜਦੋਂ ਅਸੀਂ ਆਪਣੇ ਜੀਵਨ 'ਚ ਲਾਗੂ ਕਰਦੇ ਹਾਂ ਤੇ ਉਹਦੀ ਪੰਖਾਂ ਦੀ ਆੜ ਥੱਲੇ ਉਹਦੇ ਠਹਿਰਾਏ ਹੋਏ ਸਥਾਨ ਦੇ ਵਿੱਚ ਅਸੀਂ ਪ੍ਰਵੇਸ਼ ਕਰ ਜਾਂਦੇ ਹਾਂ। ਤੇ ਜਿਹੜਾ ਪਰਮੇਸ਼ਵਰ ਦੇ ਠਹਿਰਾਏ ਹੋਏ ਸਥਾਨ ਦੇ ਵਿੱਚ ਪ੍ਰਵੇਸ਼ ਕੀਤਾ ਹੋਇਆ ਤੇ ਉਹ ਫਿਰ ਕਿੱਦਾਂ ਸ਼ੈਤਾਨ ਦੀ ਚੁੰਗਲ 'ਚ ਆ ਸਕਦਾ? ਨੈਵਰ। ਕਿਉਂਕਿ ਵਾੜਾ ਲੱਗ ਜਾਂਦਾ ਫਿਰ ਸਾਡੇ ਤੇ। ਤਾਂ ਬਾੜੇ ਦੇ ਵਿੱਚ ਆਓ। ਜੋ ਪ੍ਰੀਚ ਅੱਜ ਦੁਨੀਆ ਦੇ ਵਿੱਚ ਇੰਨੀ ਜ਼ਿਆਦਾ ਫੈਲ ਗਈ ਆ ਪਰਮੇਸ਼ਵਰ ਦੀ, ਉਹਨੂੰ ਸੁਣ ਕੇ ਹੀ ਇਕੱਲਾ ਨਾ ਰਹੋ, ਉਹਦੇ ਤੇ ਚਿੱਤ ਲਾਓ, ਉਹਦੇ ਤੇ ਮਨਨ ਕਰੋ। ਹਾਲੇਲੂਇਆ। ਇਸ ਵਚਨ ਨੂੰ ਤਾਂ ਬਹੁਤ ਸਾਰੇ ਪੜ੍ਹਦੇ ਆ, ਪਰ ਜਿਹੜਾ ਇਹਦੇ ਤੇ ਡੀਪ ਰੈਵਲੇਸ਼ਨ, ਖੁਦਾ ਦੇ ਆਤਮਾ ਭੇਦ ਪ੍ਰਗਟ ਕਰਦੀ ਹੈ, ਜਦੋਂ ਅਸੀਂ ਉਹਦੇ ਤੇ ਮਨਨ ਕਰਦੇ ਹਾਂ ਫਿਰ ਉਹ ਸਾਡੇ ਜੀਵਨ ਦੇ ਵਿੱਚ ਅੰਦਰ ਸਾਡੇ ਪ੍ਰਵੇਸ਼ ਕਰਦਾ, ਫਿਰ ਸਾਡੇ ਹਿਰਦਿਆਂ ਨੂੰ ਖੋਲ੍ਹਦਾ। ਫਿਰ ਅਸੀਂ ਅਜਿਹੀ ਚਾਲ ਚੱਲਣ ਦੇ ਲਈ ਖੁਦਾ ਦਾ ਆਤਮਾ ਸਾਨੂੰ ਪ੍ਰੇਰਿਤ ਕਰਦਾ। ਫਿਰ ਅਸੀਂ ਉਹਦੇ ਅਕੋਰਡਿੰਗ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਤੇ ਫਿਰ ਅਸੀਂ ਕੀ ਕਰਦੇ? ਖੁਦਾ ਦੇ ਵਾੜੇ ਦੇ ਵਿੱਚ ਆ ਜਾਂਦੇ ਆ, ਉਹਦੇ ਵਚਨ ਨੂੰ ਆਪਣੇ ਜੀਵਨ 'ਚ ਲਾਗੂ ਕਰ ਲੈਂਦੇ ਆ। ਹਾਲੇਲੂਇਆ। ਸੋ ਇੱਕ ਖੁਦਾ ਦੇ ਵਚਨ ਦੇ ਉੱਤੇ ਚੱਲਣ ਦੇ ਲਈ ਤੁਹਾਨੂੰ ਇੱਕ ਰੋਲ ਅਦਾ ਕਰਨਾ ਪੈਂਦਾ ਹੈ। ਉਹ ਰੋਲ ਕਿਹੜਾ ਹੈ? ਉਹਦੇ ਸੰਵਿਧਾਨ ਦੇ ਵਿੱਚ ਆਉਣਾ ਪੈਣਾ ਹੈ ਔਰ ਉਹਦੇ ਦਿੱਤੇ ਕਲਾਮ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਪੈਣਾ। ਵੀ ਤੂੰ ਪਾਪ ਨਾ ਕਰ, ਵੀ ਤੂੰ ਬੁਰਾ ਨਾ ਦੇਖ, ਵੀ ਤੂੰ ਮੰਦੀ ਗੱਲ ਆਪਣੇ ਮੂੰਹ 'ਚੋਂ ਨਾ ਕੱਢੀ, ਵੀ ਤੂੰ ਮੰਦੀ ਸੋਚੀ ਵੀ ਨਾ ਆਪਣੇ ਮੂੰਹ ਦੇ ਵਿੱਚੋਂ, ਤਾਂ ਜੋ ਤੂੰ ਪਰਮੇਸ਼ਵਰ ਦੇ ਸੰਵਿਧਾਨ ਨੂੰ, ਵਚਨ ਦਾ ਜੋ, ਉਹਨੂੰ ਆਪਣੇ ਜੀਵਨ 'ਚ ਲਾਗੂ ਕਰੇ ਤੇ ਖੁਦਾ ਦੇ ਵਾੜੇ ਦੇ ਵਿੱਚ ਆ ਜਾਵੇ। ਹਾਲੇਲੂਇਆ। ਪਰਮੇਸ਼ਵਰ ਨੇ ਦੇਖੋ, ਮੂਰਖ ਇਨਸਾਨ ਹੀ ਹੋਏਗਾ ਜਿਹੜਾ ਚੰਗੀ ਸਿੱਖਿਆ ਨੂੰ ਨਹੀਂ ਲੈਣਾ ਚਾਹੂਗਾ। ਮੇਰੇ ਅਕੋਰਡਿੰਗ ਤਾਂ ਹਰ ਇਨਸਾਨ ਚਾਹੂਗਾ ਕਿ ਸਾਨੂੰ ਸਾਰੇ ਵਧੀਆ ਕਹਿਣ, ਤੇ ਕੋਈ ਮੂਰਖ ਨੂੰ ਵਧੀਆ ਕਹਿੰਦਾ? ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਸਾਰੇ ਸਮਝਦਾਰ ਇਨਸਾਨਾਂ ਦੇ ਨਾਮ ਦੇ ਵਿੱਚ ਜਾਣਿਆ ਜਾਵੇ, ਤੇ ਕੀ ਤੁਸੀਂ ਨਹੀਂ ਸੋਚਦੇ ਕਿ ਫਿਰ ਸਮਝਦਾਰੀ ਨੂੰ ਤਾਂ ਲੈਣਾ ਪੈਣਾ ਪਹਿਲਾਂ? ਤੇ ਅਗਰ ਤੁਸੀਂ ਮੂਰਖਤਾਈਆਂ ਕਰਕੇ ਕਹੋ ਕਿ ਸਾਨੂੰ ਅਕਲਮੰਦ ਕਹਿਣ, ਤੇ ਕੌਣ ਤੁਹਾਨੂੰ ਅਕਲਮੰਦ ਕਹੇਗਾ? ਸਮਝਦਾਰੀ ਜਿਹੜੇ ਇਦਾਂ ਦਾ ਗੁਣ ਆ, ਜਦੋਂ ਤੁਸੀਂ ਇਸ ਨੂੰ ਲੈ ਲਿਆ ਤੇ ਤੁਸੀਂ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਪ੍ਰਥਮ ਹੋ ਜਾਓਗੇ।
ਕਿ ਉਹ ਲੋਕ ਫਿਰ ਤੁਹਾਡੇ ਬਾਰੇ ਜ਼ਿਕਰ ਕਰਨਗੇ ਕਿ ਇਹ ਸਮਝਦਾਰ ਸੁਲਝਿਆ ਹੋਇਆ ਇਨਸਾਨ ਆ। ਤੇ ਮੂਰਖ ਇਨਸਾਨ ਨੂੰ ਤਾਂ ਚਾਹੇ ਉਹ ਬੁਢਾਪੇ ਤੱਕ ਵੀ ਚੱਲ ਜਾਵੇ, ਇਹੋ ਹੀ ਕਹਿਣਗੇ ਕਿ ਇਹਨੂੰ ਅਕਲ ਸਾਰੀ ਜ਼ਿੰਦਗੀ ਨਹੀਂ ਆਈ। ਸੋ ਮੂਰਖ ਨਾ ਬਣੋ, ਇਹਦੇ ਵਿੱਚ ਬੜੀਆਂ ਹੀ ਸਮਝਦਾਰੀ ਦੀਆਂ ਗੱਲਾਂ। ਸਮਝਦਾਰੀ ਨੂੰ ਅਪਣਾ ਲਓ, ਖੁਦਾ ਦੇ ਕਲਾਮ ਨੂੰ ਪੜ੍ਹੋ ਤੇ ਇਹਦੇ ਵਿੱਚ ਸਿੱਖਿਆ ਲਓ ਕਿ ਅਸੀਂ ਕਿੱਦਾਂ ਸਮਝਦਾਰ ਮਨੁੱਖ ਬਣਨਾ, ਕਿੱਦਾਂ ਅਸੀਂ ਧਰਮ ਦੇ ਕੰਮ ਕਰਨੇ। ਹਾਲੇਲੂਇਆ। ਸੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਸੁਲੇਮਾਨ, ਜੋ ਮੈਂ ਤੁਹਾਨੂੰ ਪੜ੍ਹਾਉਣ ਜਾ ਰਹੀ ਹਾਂ, ਆਪਣੇ ਤੁਸੀਂ ਕੱਢਣਾ ਨੀਤੀ ਵਚਨ 19 ਉਹਦੀ 16। नीति वचन 19 अध्याय ओदी 16 आयत। जो आज्ञा को मानता है वह अपने प्राणों की रक्षा करता है, परंतु जो अपने चाल चलन के विषय में निश्चिंत रहता है वह मारा जाता है। देखो सुलेमान ने यहाँ पे इत्थे की लिखिया, जेड़ा परमेश्वर दी आज्ञा नूं मन्नूगा वो अपने प्राणां दी रक्षा करदा। इट मीनस साडे प्राण जेड़े आ जिन्हां ते शैतान अटैक करदा आ, दुख पाउंदा आ, मुसीबत लैके आउंदा आ, ਜਦੋਂ ਤੁਸੀਂ ਪਰਮੇਸ਼ਵਰ ਦੀ ਆਗਿਆ ਮੰਨੂਗੇ ਤੇ ਤੁਹਾਡੇ ਪ੍ਰਾਣ ਸੁਰੱਖਿਅਤ ਰਹਿਣਗੇ। ਇਹਨਾਂ ਤੇ ਕੋਈ ਬਵਾ ਨਹੀਂ ਆਊਗੀ, ਕੋਈ ਦੁੱਖ ਤਕਲੀਫ ਨਹੀਂ ਫਿਰ ਪਰਮੇਸ਼ਵਰ ਆਉਣ ਦੇਵੇਗਾ। ਪਰਮੇਸ਼ਵਰ ਕਹਿੰਦਾ ਧਰਮੀ ਜਨ ਤੇ ਮੁਸੀਬਤ ਆਵੇਗੀ ਪਰ ਮੈਂ ਕੱਢ ਲਊਂਗਾ। ਜਿਹੜੇ ਬਿਮਾਰੀ ਦੇ ਬਿਸਤਰ ਤੇ ਸਟਿਲ ਪਏ ਆ ਉਹ ਨਹੀਂ ਨਿਕਲ ਰਹੇ, ਕਿਉਂਕਿ ਉਹਨੇ ਪਰਮੇਸ਼ਵਰ ਦੇ ਵਚਨ ਦੀ ਆਗਿਆ नहीं ਕੀਤੀ। हालेलुया। परंतु जो अपनी चाल के विषय में निश्चिंत रहता है वह मर जाता है। मतलब जेड़े अपने हुणे मैं दस के हटी मूर्खताई करते, जेड़े अपनी चाल दे प्रति उन्होंने कोई ध्यान ही नहीं है, अपनी चाल दे प्रति कोई ध्यान ही नहीं दे रहे कि असी कर की रहे हैं, चल किधर नूं रहे हैं, बेलगाम घोड़े की तरह आ। अगर तुसी अपनी लगाम नूं खुदा दे हत्थ विच दिता होया ते फिर खुदा तुहानूं टर्न करेगा, मूव करेगा। अगर तुसी अपनी लगाम नूं बेलगाम कीता आ ते तुसी उस मूर्ख इंसान की तरह आ। फिर एंड की है तुहाडा कि तुसी निश्चिंत बे मर जाता है, फिर तुसी मारे जाओगे शैतान दे हत्थों। परंतु जो अपनी चाल के विषय में निश्चिंत रहता है वो मारा जाता है। इस करके बुद्धि नूं अपनाओ, अपनी लगाम नूं बेलगाम ना होण दो कि तुहाडे ते विपत्तियां आ जाण। हुण जदों बेलगाम असीं अपने जीवन नूं करदे, ਉਹਦੀ ਲਗਾਮ ਜਿਹੜੀ ਖੁਦਾ ਦੇ ਹੱਥ ਵਿੱਚ ਨਹੀਂ ਦਿੰਦੇ ਤਾਂ ਫਿਰ ਸਾਡੀ ਲਗਾਮ ਸ਼ੈਤਾਨ ਦੇ ਹੱਥ ਵਿੱਚ ਆ। ਫਿਰ ਸ਼ੈਤਾਨ ਦਾ ਕੰਮ ਤਾਂ ਇਹੋ ਹੈ ਕਿ ਉਥਲ ਪੁਥਲ ਮਚਾਉਣਾ, ਨੈਗੇਟਿਵ ਲੈ ਕੇ ਆਉਣੇ, ਨੈਗੇਟਿਵ ਵਿਚਾਰ, ਨੈਗੇਟਿਵ ਸੋਚਾਂ, ਬਿਮਾਰੀਆਂ, ਦੁੱਖ ਤਕਲੀਫਾਂ, ਟੈਨਸ਼ਨ ਦੇ ਵਿੱਚ ਉਹ ਰੱਖਦਾ। ਅਗਰ ਅਸੀਂ ਲਗਾਮ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਦਿੱਤਾ ਹੋਇਆ ਤੇ ਅਸੀਂ ਸੁਰੱਖਿਅਤ ਜਗ੍ਹਾ ਦੇ ਉੱਤੇ ਆ। ਅਗਰ ਅਸੀਂ ਇਦਾਂ नहीं करते, अपनी चाल के प्रति सीरीयस नहीं है तो असीं मारे जावांगे शैतान दे हत्थों। सो बी केयरफुल। तुसीं जिहड़ी चाल चल रहे हैं तुसीं अपने जीवन ते जरूर गौर करिया करो, मनन करिया करो। सब तो पहला इस वचन दे विच जाण तो पहला तुसीं खुदा दे अगे प्रार्थना करिया करो कि खुदा जो मैं चल रहा हाँ, जो मैं अपनी निजी जिंदगी जी रहा हाँ, कि मेरी चाल तेरी नज़र दे विच सही हैगी आ जां नहीं। जिद्दां ਇਹਦੀ 21 ਦੇ ਵਿੱਚ ਨੀਤੀ ਵਚਨ ਦੀ 21 चैप्टर ਦੇ ਵਿੱਚ ਉਹਦੀ 2 ਚ ਲਿਖਿਆ, मनुष्य का सारा चाल चलन अपनी दृष्टि में तो ठीक होता है परंतु यहोवा मन को जांचता है। परमेश्वर साडे मनां नूं देखदा आ। ਅਸੀਂ ਪੁੱਛਣਾ ਆ खुदा तो कि खुदा तेरे अकॉर्डिंग ਅਸੀਂ ਕਿੱਦਾਂ ਚੱਲ ਰਹੇ ਹਾਂ। ਆਪਣੇ ਜੀਵਨ ਨੂੰ ਜ਼ਰੂਰ ਆਪਣੇ ਜੀਵਨ ਤੇ ਸਟੱਡੀ ਕਰਿਆ ਕਰੋ। ਕਿਤੇ ਅਜਿਹੀ ਤਾਂ ਨਹੀਂ ਕਿ ਬੇਲਗਾਮ ਹੋਏ ਤੁਰੇ ਫਿਰਦੇ, ਇੱਧਰ ਕਦੀ ਉੱਧਰ ਕਦੀ ਇੱਧਰ ਠੋਕਰਾਂ ਖਾ ਰਹੇ ਆ, ਪਤਾ ਹੀ ਕੁਛ ਨਹੀਂ। ਕਦੀ ਆਹ ਕੰਮ 'ਚ ਹੱਥ ਪਾ ਲਿਆ, ਕਦੀ ਉਸ ਕੰਮ 'ਚ ਹੱਥ ਪਾ ਲਿਆ, ਕਾਮਯਾਬੀ ਕਿਸੇ ਦੇ ਵਿੱਚ ਵੀ ਨਹੀਂ ਹੈਗੀ। ਅਸੀਂ ਧਰਮੀ ਦਾ ਨਿਆਂ ਕੀ ਕਰਨਾ, ਸਾਡੇ ਕੋਲ ਆਪਣਾ ਹੀ ਕੰਮਾਂ ਦਾ ਨਿਆਂ ਨਹੀਂ ਅਸੀਂ ਕਰ ਪਾ ਰਹੇ, ਕਿਉਂਕਿ ਸਾਨੂੰ ਸਾਡੇ ਹੀ ਕੰਮ ਪਤਾ ਨਹੀਂ ਕਿ ਅਸੀਂ ਕੱਲ੍ਹ ਨੂੰ ਕਰਨਾ ਕੀ ਹੈ। ਕੋਈ ਬੈਲੈਂਸ ਹੀ ਨਹੀਂ ਹੈ, ਬੈਲੈਂਸ उखड़िया होया। क्यों? क्योंकि तुसी इस वचन के अनुसार परंतु जो अपनी चाल चलन के विषय में निश्चिंत रहता, मतलब निश्चिंत का मतलब पंजाबी दे विच कि बेपरवाह, जिहड़ा अपनी चाल के प्रति बेपरवाह, उहनूं पता ही नहीं, कोई परवाह ही नहीं हो कि वो जो कर रहा कल नूं मुसीबत उहदे ते आ सकदी, वो बेपरवाह करी जांदा जो मूँह दिल च आउंदा।
ਸੋ ਫਿਰ ਤੁਸੀਂ ਮਾਰੇ ਜਾਓਗੇ। ਤੇ ਕਿੰਨਾ ਜ਼ਰੂਰੀ ਹੈ ਕਿ ਤੁਸੀਂ ਬੁੱਧੀ ਨੂੰ ਅਪਣਾ ਲਓ, ਕਿੰਨਾ ਜ਼ਰੂਰੀ ਹੈ ਕਿ ਸਮਝ ਤੁਹਾਡਾ ਹਿੱਸਾ ਹੋ ਜਾਵੇ ਤੇ ਤੁਸੀਂ ਪਰਮੇਸ਼ਰ ਦੇ ਵਾੜੇ ਦੇ ਵਿੱਚ ਆ ਜਾਓ। ਹਾਲੇਲੂਇਆ। ਕਿਉਂਕਿ ਮਨੁੱਖ ਦਾ ਚਾਲ ਚੱਲਣ 21 ਦੇ ਵਿੱਚ ਸੁਲੇਮਾਨ ਲਿਖਦਾ ਆ ਉਹਦੀ 2 ਦੇ ਵਿੱਚ ਕਿ ਆਪਣੀ ਨਜ਼ਰ ਦੇ ਵਿੱਚ ਤਾਂ ਮਨੁੱਖ ਦਾ ਚਾਲ ਚੱਲਣ ਉਹਦੇ ਲਈ ਬਹੁਤ ਵਧੀਆ ਆ, ਪਰੰਤੂ ਯਹੋਵਾ ਮਨ ਕੋ ਜਾਂਚਦਾ ਹੈ। ਯਹੋਵਾ ਤੁਹਾਡੇ ਦਿਲਾਂ ਨੂੰ ਦੇਖਦਾ ਆ, ਉਹਦਾ ਸਾਡੇ ਅੰਦਰ ਦੀਆਂ ਨੂੰ ਦੇਖਦਾ, ਅੰਦਰ ਕੀ ਚੱਲਦਾ। ਮੈਂ ਸਮਝ ਲਓ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਮੈਂ ਤੁਹਾਡੇ ਸਾਹਮਣੇ, ਮੇਰੇ ਸਾਹਮਣੇ ਕੋਈ ਮਨੁੱਖ ਬੈਠਾ, ਉਹਨੂੰ ਮੈਂ ਕਹਾਂ ਯੂ ਆਰ ਵੈਰੀ ਗੁੱਡ, ਯੂ ਆਰ ਸੋ ਇੰਟੈਲੀਜੈਂਟ, ਆਈ ਪ੍ਰਾਊਡ ਆਫ ਯੂ, ਤੇ ਸਾਡੇ ਅੰਦਰ ਉਹਦੇ ਲਈ ਕੀ ਚੱਲਦਾ, ਖੁਦਾ ਉਹਨੂੰ ਪੜ੍ਹਦਾ ਆ ਕਿ ਜੋ ਬੋਲ ਰਹੇ ਆ ਉਹ ਇੱਥੋਂ ਹਾਰਟ ਤੋਂ ਨਿਕਲ ਰਹੇ ਆ ਜਾਂ ਸਿਰਫ ਲਫ਼ਜ਼ ਉਹਨੂੰ ਖੁਸ਼ ਕਰਨ ਦੇ ਲਈ ਆ। ਅਗਰ ਤੁਸੀਂ ਕਿਸੇ ਦੀ ਤਰੱਕੀ ਦੇਖੋਗੇ ਤਾਂ ਉਹਨੂੰ ਉਹਦੀ ਬੁਰੀ ਚਾਲ ਤੋਂ ਮੋੜਦੇ ਹੋਵੋਗੇ। ਅਗਰ ਤੁਹਾਨੂੰ ਉਹਦੇ 'ਚ ਕੋਈ ਬੁਰਾਈ ਦਿਖਦੀ ਹੋਗੀ, ਤੁਸੀਂ ਉਹਨੂੰ ਵਾਹ-ਵਾਹ ਨਹੀਂ ਕਹੋਗੇ, ਉਹਨੂੰ ਵੰਡਰਫੁਲ ਨਹੀਂ ਕਹੋਗੇ, ਉਹਨੂੰ ਕਹੋਗੇ ਪਈ ਵੀ ਆਪਣੀ ਆਹ ਚਾਲ ਤੋਂ ਮਨ ਫਿਰਾ ਲਾ ਤਾਂ ਜੋ ਪਰਮੇਸ਼ਵਰ ਤੇਰੇ ਤੇ ਦਇਆ ਕਰੇ। ਤੇ ਤੁਸੀਂ ਉਹਦੀ ਪ੍ਰਸ਼ੰਸਾ ਕਰਕੇ ਉਹਨੂੰ ਹੋਰ ਜ਼ਿਆਦਾ ਗੱਡੇ 'ਚ ਨਾ ਸਿੱਟੋ, ਉਹਦੀ ਠੋਕਰ ਦਾ ਕਾਰਨ ਨਾ ਬਣੋ। ਉਹਨੂੰ ਦੱਸੋ ਬਈ ਦੇਖ ਆ ਵਚਨ ਦੇ ਅਕੋਰਡਿੰਗ ਇੱਥੇ ਤੂੰ ਗਲਤ ਕਰ ਰਿਹਾ। ਅਗਰ ਤੁਹਾਨੂੰ ਵਚਨ ਪਤਾ ਹੋਏਗਾ ਤਾਂ ਤੁਸੀਂ ਵੀ ਉਹਨੂੰ ਮੁਸੀਬਤ ਦੇ ਗੱਡੇ 'ਚੋਂ ਕੱਢ ਲਿਆਓਗੇ। ਤੁਸੀਂ ਤਾਂ ਆਪਣੀ ਹੀ ਜ਼ਿੰਦਗੀ ਨੂੰ ਬੇਪਰਵਾਹ ਕੀਤਾ ਹੋਇਆ, ਪਤਾ ਹੀ ਨਹੀਂ ਕੀ ਕਰਨਾ ਹੈ। ਹਾਲੇਲੂਇਆ। ਸੋ ਪਰਮੇਸ਼ਵਰ ਦੇ ਵਚਨ ਦੇ ਉੱਤੇ ਗੌਰ ਕਰਿਆ ਕਰੋ। ਬਹੁਤ ਅੱਛੀਆਂ ਗੱਲਾਂ, ਬਹੁਤ ਪ੍ਰਭਾਵਸ਼ਾਲੀਆਂ ਗੱਲਾਂ, ਬਹੁਤ ਉੱਤਮ ਗੱਲਾਂ ਜੋ ਖੁਦਾ ਦੇ ਕਲਾਮ ਦੇ ਵਿੱਚ, ਸਮਝਦਾਰੀ ਦੀਆਂ ਗੱਲਾਂ, ਸਭ ਕੁਛ ਇਹਦੇ ਵਿੱਚ ਆ ਤੇ ਇਹਦੇ ਵਿੱਚੋਂ ਹੀ ਤੁਸੀਂ ਇੱਕ ਸਮਝਦਾਰ ਮਨੁੱਖ ਨੂੰ ਲੈ ਕੇ ਆਪਣੇ ਅੰਦਰ ਉਹਨੂੰ ਲੈ ਸਕਦੇ ਆ। ਹਾਲੇਲੂਇਆ। ਸੋ ਮੂਰਖ ਬਣਨਾ ਬੰਦ ਕਰੋ, ਸਮਝ ਨੂੰ ਅਪਣਾ ਲਓ, ਸਮਝਦਾਰੀ ਤੁਹਾਨੂੰ ਛੁਡਾ ਲਵੇਗੀ। ਹਾਲੇਲੂਇਆ। ਤਾਂ ਸਮਝਦਾਰ ਤੁਸੀਂ ਆਪਣੇ ਜੀਵਨ ਦੇ ਵਿੱਚ ਹੋ ਜਾਓ, ਆਪਣੇ ਪਰਿਵਾਰ ਦੇ ਪ੍ਰਤੀ ਹੋ ਜਾਓ, ਆਪਣੇ ਨਿੱਜੀ ਜ਼ਿੰਦਗੀਆਂ ਦੇ ਵਿੱਚ, ਹਰ ਕੰਮ ਦੇ ਵਿੱਚ ਹੋ ਜਾਓਗੇ ਤੁਸੀਂ ਸਮਝਦਾਰ ਜਦੋਂ, ਤੇ ਤੁਸੀਂ ਵਧੀਆ ਚੀਜ਼ਾਂ ਨੂੰ ਆਪਣੇ ਜੀਵਨ 'ਚ ਲੈ ਸਕੋਗੇ। ਹਾਲੇਲੂਇਆ। ਸੋ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਇਸ ਵਚਨ ਦੇ ਵਿੱਚ ਸਮਝ ਦੇਣ, ਮੈਂ ਤਾਂ ਇਹ ਕਹਾਂਗੀ ਕਿ ਵਿਜ਼ਡਮ ਦੇਣ, ਸੋਚੋ ਸਮਝੋ ਤੇ ਵਿਜ਼ਡਮ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਓ। ਕਿਉਂਕਿ ਜਦੋਂ ਖੁਦਾਵੰਦ ਨੇ ਸੁਲੇਮਾਨ ਨੂੰ ਕਿਹਾ ਕਿ ਤੂੰ ਦੱਸ ਕੀ ਮੰਗਦਾ, ਤੇ ਉਹਨੇ ਬੁੱਧੀ ਨੂੰ ਮੰਗ ਲਿਆ। ਇੱਕ ਬੁੱਧੀਮਾਨ ਮਨੁੱਖ ਹੀ ਬੁੱਧੀ ਦੀਆਂ ਗੱਲਾਂ ਨੂੰ ਮੰਗੇਗਾ। ਤੁਹਾਡੇ ਕੋਲ ਕੱਲ ਨੂੰ ਪ੍ਰਭੂ ਯੀਸ਼ੂ ਆ ਕੇ ਖਲੋ ਜਾਣ ਤੇ ਤੁਹਾਨੂੰ ਕਹਿਣ ਕਿ ਦੱਸ ਤੂੰ ਮੇਰੇ ਤੋਂ ਕੀ ਚਾਹੁੰਦਾ, ਤੇ ਤੁਸੀਂ ਕੀ ਕਹੋਗੇ, ਮੈਨੂੰ ਚੰਗਾ ਕਰ ਦੇ, ਹਨਾ? ਜਾਂ ਤੁਸੀਂ ਕਹੋਗੇ ਕਿ ਮੈਨੂੰ ਤੂੰ ਮਹਿਲ ਮਾੜੀਆਂ ਦੇ ਦੇ। ਇਹੋ ਚੀਜ਼ ਮੰਗੋਗੇ ਮੇਰੇ ਅਕੋਰਡਿੰਗ ਤਾਂ, ਕਿਉਂਕਿ ਜੇ ਤੁਸੀਂ ਬੁੱਧੀਮਾਨ ਹੋਵੋ ਤੁਸੀਂ ਉਹ ਮੰਗ ਲਓਗੇ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਪੇ ਹੀ ਸਿਕਿਉਰ ਹੋ ਜਾਣੀਆਂ। ਹਾਲੇਲੂਇਆ। ਸੋ ਪਰਮੇਸ਼ਰ ਨੇ ਕਹਿਣਾ ਚੰਗਿਆਈ ਤਾਂ ਮੈਂ ਪਹਿਲਾਂ ਹੀ ਦੇ ਦਿੱਤੀ, ਤੂੰ ਵਿਸ਼ਵਾਸ ਕਰ। ਬਲੈਸਿੰਗ ਤਾਂ ਮੈਂ ਤੈਨੂੰ ਪਹਿਲਾਂ ਹੀ ਦੇ ਦਿੱਤੀ, ਕਿਉਂਕਿ ਮੈਂ ਕੰਗਾਲ ਬਣਿਆ ਕਿ ਤੂੰ ਅਮੀਰ ਹੋ ਜਾਵੇਂ। ਸੋ ਪਰਮੇਸ਼ਰ ਕਹਿਣਾ ਇਹ ਚੀਜ਼ਾਂ ਤਾਂ ਮੈਂ ਪਹਿਲਾਂ ਹੀ ਕੀਤੀਆਂ, ਤੇ ਤੁਸੀਂ ਕੀ ਕਰਨਾ ਹੈ, ਕੀ ਮੰਗਣਾ ਹੈ। ਜਦ ਵਿਜ਼ਡਮ ਹੋਏਗੀ ਤੇ ਤੁਸੀਂ ਮੰਗੋਗੇ। ਹਾਲੇਲੂਇਆ। ਸੋ ਸੁਲੇਮਾਨ ਨੇ ਬੁੱਧੀ ਮੰਗੀ। ਵਾਓ। ਕਿਉਂਕਿ ਬੁੱਧੀ ਹਰ ਉਸ ਸੋਨੇ ਚਾਂਦੀ ਤੋਂ ਉੱਤਮ ਹੈ। ਜਿਹਦੇ ਕੋਲ ਬੁੱਧੀ ਹੈ, ਸਮਝ ਹੈ ਸੈਨਾ ਦੇ ਯਹੋਵਾ ਦੀ। ਕਿਉਂਕਿ ਬੁੱਧੀਮਾਨ ਮਨੁੱਖ ਬੁੱਧੀ ਦੀਆਂ ਗੱਲਾਂ ਤੇ ਚਿੱਤ ਲਾ ਕੇ ਸੰਵਿਧਾਨ ਦੀ ਆਗਿਆ ਕਰਦਾ ਹੈ, ਪਾਲਣ ਕਰਦਾ ਹੈ ਤੇ ਸੁਰੱਖਿਆ ਸਥਾਨ ਤੇ ਆ ਜਾਂਦਾ ਹੈ। ਬਹੁਤਾ ਬੋਲਣਾ ਫਿਰ ਉਸ ਨੂੰ ਚੰਗਾ ਨਹੀਂ ਲੱਗਦਾ। ਹਾਲੇਲੂਇਆ। ਸੋ ਆਪਣੇ ਹਾਰਟ ਨੂੰ ਦੇਖੋ ਕਿ ਅੰਦਰ ਤੱਕ ਖੁਦਾ ਸਾਨੂੰ ਦੇਖ ਰਿਹਾ, ਉੱਥੇ ਕੀ ਚੱਲ ਰਿਹਾ। ਜ਼ੁਬਾਨ ਦੇ ਨਾਲ ਤਾਂ ਅਸੀਂ ਬਹੁਤ ਵਧੀਆ ਬਣ ਜਾਂਦੇ ਹਾਂ, ਬੜੇ ਗੱਲਕਾਰ ਬਣ ਜਾਂਦੇ ਹਾਂ, ਆਪਣੇ ਆਪ ਨੂੰ ਕਈ ਬਹੁਤ ਗੱਲਕਾਰ ਸਮਝਦੇ ਆ, ਲੇਕਿਨ ਯਹੋਵਾ ਕਹਿੰਦਾ ਮੈਂ ਤੇਰੇ ਅੰਦਰ ਨੂੰ ਦੇਖਦਾ। ਉਹਦੇ 'ਚ ਛੁਪੇ ਇਨਸਾਨ ਨੂੰ ਦੇਖੋ। ਆਪਣੇ ਜੀਵਨ ਦੇ ਉੱਤੇ ਜ਼ਰੂਰ ਕਿਸੇ ਦਿਨ ਬੈਠ ਕੇ ਚਿੱਤ ਲਾਓ ਕਿ ਸਾਡਾ ਅੰਦਰਲਾ ਮਨੁੱਖ ਜਿਹੜਾ ਆ ਉਹ ਕਿੱਦਾਂ ਦਾ ਆ, ਜਿਹੜਾ ਦੂਜੇ ਲਈ ਬੁਰਾਈ ਸੋਚ ਰਿਹਾ ਆ। ਮੂੰਹ 'ਚੋਂ ਅਸੀਂ ਉਹਦੇ ਲਈ ਵਧੀਆ ਕਹਿ ਰਹੇ ਹਾਂ, ਲੇਕਿਨ ਅੰਦਰ ਉਹਦੇ ਲਈ ਬੁਰਾਈ ਕਿ ਅੱਜ ਹੀ ਇਹਦਾ ਲੋਸ ਹੋ ਜਾਵੇ, ਇੱਦਾਂ ਹੋ ਜਾਵੇ, ਉੱਦਾਂ ਹੋ ਜਾਵੇ। ਉਹਨੂੰ ਬਾਹਰ ਕੱਢਣਾ ਆ ਔਰ ਅੱਛੇ ਮਨੁੱਖ ਨੂੰ ਆਪਣੇ ਅੰਦਰ ਲੈਣਾ, ਕਿਉਂਕਿ ਖੁਦਾ ਅੰਦਰ ਨੂੰ ਦੇਖ ਰਿਹਾ ਹੈ। ਅਗਰ ਤੁਸੀਂ ਆਪਣੀ ਜ਼ਿੰਦਗੀ ਪਾਉਣਾ ਚਾਹੁੰਦੇ ਹੋ, ਸੁੱਖ ਦੇ ਦਿਨ ਦੇਖਣਾ ਚਾਹੁੰਦੇ ਆ, ਤੇ ਪਰਮੇਸ਼ਵਰ
ਕਹਿੰਦਾ ਆਪਣੇ ਅੰਦਰਲੇ ਮਨੁੱਖ ਦੇ ਉੱਤੇ ਗੌਰ ਕਰ, ਜਿਹੜਾ ਬੁਰਾ ਸੋਚ ਰਿਹਾ ਤੇ ਬੁਰਾ ਕਹਿ ਰਿਹਾ ਤੇ ਬੁਰਾ ਹੀ ਦੇਖ ਰਿਹਾ ਹੈ। ਹਾਲੇਲੂਇਆ। ਜਿੱਦਾਂ ਇੱਕ ਵਿਭਿਆਚਾਰੀ ਇਨਸਾਨ ਲਗਾ ਲਓ, ਮੂੰਹ ਤੋਂ ਤਾਂ ਇੱਕ ਲੜਕੀ ਨੂੰ ਸਿਸਟਰ ਕਹਿ ਦੇਗਾ, ਲੇਕਿਨ ਉਹਦੇ ਅੰਦਰ ਉਹਦੇ ਲਈ ਕਿੰਨੀ ਬੁਰਾਈ ਚੱਲਦੀ ਹੋਵੇਗੀ। ਅੰਦਰ ਤੋਂ ਖੁਦਾ ਜਾਣਦਾ। ਤੇ ਦੇਖੋ ਕਿਤੇ ਅੰਦਰ ਖਰਾਬੀ ਤਾਂ ਨਹੀਂ ਹੋ, ਤੇ ਅੰਦਰ ਖਰਾਬੀ ਆ ਤਾਂ ਭੁਲੇਖਾ ਹੀ ਕੱਢ ਦੋ ਕਿ ਤੁਸੀਂ ਖੁਦਾ ਦੀ ਆਸ਼ੀਸ਼ ਨੂੰ ਲੈ ਲਓਗੇ, ਕਿਉਂਕਿ ਉਹਦੇ ਵਾੜੇ ਦੇ ਵਿੱਚ ਰਹਿਣ ਵਾਲੇ ਹੀ ਸੁਰੱਖਿਆ ਦੇ ਵਿੱਚ ਆ। ਜੋ ਉਹਦੇ ਵਾੜੇ ਨੂੰ ਤੋੜਨਗੇ ਆ ਸੁਰੱਖਿਅਤ ਦਾ ਸ਼ੈਤਾਨ ਉਹਨਾਂ ਨੂੰ ਪਾੜ ਖਾਂਦਾ ਹੈ, ਮੁਸੀਬਤਾਂ ਦਾ ਪਹਾੜ ਉਹਨਾਂ ਦੇ ਜੀਵਨ ਤੇ ਡਿੱਗ ਪੈਂਦਾ ਹੈ। ਹਾਲੇਲੂਇਆ। ਸੋ ਖੁਦਾਵੰਦ ਤੁਹਾਨੂੰ ਇਸ ਵਚਨ ਦੇ ਵਿੱਚ ਬਹੁਤ ਸਾਰੀ ਆਸ਼ੀਸ਼ ਦੇਣ। ਸੋ ਕਿਉਂਕਿ ਮੈਨੂੰ ਇਸ ਲਈ ਹਾਸਾ ਵੀ ਆ ਰਿਹਾ ਕਿ ਕਿਉਂ ਇਨਸਾਨ ਸਮਝ ਨਹੀਂ, ਇੰਨਾ ਸਮਝ